ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਤ ਹਿਅਰ ਸਟੱਡੀ ਬਿਕਮਸ ਈਜ਼ੀਅਰ। ਸੋ ਜਿਵੇਂ ਤੁਹਾਨੂੰ ਪਤਾ ਹੈ ਜੀ ਪੀਐਸਟੈਟ 2021 ਅਨਾਉਂਸ ਕਰ ਦਿੱਤਾ ਗਿਆ 24 ਦਸੰਬਰ 2021 ਨੂੰ ਦਾ ਪੇਪਰ ਹੋਣ ਵਾਲਾ ਹੈ। ਪੂਰਾ ਇੱਕ ਮਹੀਨਾ ਆਪਣੇ ਕੋਲ ਹੈ ਪ੍ਰੈਪਰੇਸ਼ਨ ਦੇ ਲਈ। ਇਸ ਲਈ ਆਪਾਂ ਆਪਣੇ ਚੈਨਲ ਤੋਂ ਤੁਹਾਡੇ ਲਈ PYQ ਯਾਨੀ ਕਿ ਪ੍ਰੀਵੀਅਸ ਈਅਰ ਕੁਐਸਚਨਸ ਦੀ ਸੀਰੀਜ਼ ਲੈ ਕੇ ਆਏ ਹਾਂ, ਜਿਸ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਹੀ ਪ੍ਰੀਵੀਅਸ ਈਅਰ ਜਿਹੜੇ ਆ ਉਹ ਸੋਲਵ ਕਰਵਾਵਾਂਗੇ। ਸੋ ਇਸ ਦੇ ਵਿੱਚ ਆਪਾਂ ਸ਼ੁਰੂ ਕੀਤਾ ਹੋਇਆ ਜੀ ਪੀਐਸਟੈਟ 2018 ਜੋ ਕਿ 19 ਜਨਵਰੀ 2020 ਨੂੰ ਹੋਇਆ ਸੀ। ਉਸ ਦੇ ਵਿੱਚ ਆਪਾਂ ਸਾਈਕੋਲੋਜੀ, ਪੰਜਾਬੀ ਤੇ ਇੰਗਲਿਸ਼ ਦਾ ਪਾਰਟ ਸੋਲਵ ਕਰ ਚੁੱਕੇ ਹਾਂ। ਇਹਨਾਂ ਤਿੰਨਾਂ ਦੀ ਵੀਡੀਓ ਜਿਹੜੀ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗੀ, ਜਾਂ ਤੁਸੀਂ ਟੈਲੀਗ੍ਰਾਮ ਚੈਨਲ ਤੋਂ ਜਾ ਕੇ ਵੀ ਲੈ ਸਕਦੇ ਹੋ। ਤੇ ਇਸ ਦੀ PDF ਔਰ ਇਸ ਦਾ ਸੋਲੂਸ਼ਨ ਜਿਹੜਾ ਉਹ ਵੀ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਇਸ ਤੋਂ ਇਲਾਵਾ ਆਪਾਂ ਈਡੀਐਮ ਦੀ ਇੱਕ ਸੀਰੀਜ਼ ਜਿਹੜੀ ਹੈ ਫੇਸਬੁੱਕ ਪੇਜ ਤੇ ਸ਼ੁਰੂ ਕੀਤੀ ਹੋਈ, ਉੱਥੇ ਜਾ ਕੇ ਆਪਣੀ ਈਡੀਐਮ ਪ੍ਰੀਪੇਅਰ ਕਰ ਸਕਦੇ ਹੋ, ਆਪਣੀ ਇੰਗਲਿਸ਼ ਨੂੰ ਇੰਪਰੂਵ ਕਰ ਸਕਦੇ ਹੋ। ਫੇਸਬੁੱਕ ਪੇਜ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਇਸ ਵੀਡੀਓ ਦੇ ਵਿੱਚ ਆਪਾਂ ਇਨਵਾਇਰਨਮੈਂਟ ਸਟੱਡੀਜ਼ ਦਾ ਜਿਹੜਾ ਪਾਰਟ ਹੈਗਾ ਉਸਨੂੰ ਆਪਾਂ ਸੋਲਵ ਕਰਾਂਗੇ। ਸੋ ਵੀਡੀਓ ਦੇ ਵਿੱਚ ਤੁਹਾਨੂੰ ਐਕਸਪਲੇਨੇਸ਼ਨ ਬਾਇਲਿੰਗੁਅਲ ਮਿਲੇਗੀ, ਇੰਗਲਿਸ਼ ਪੰਜਾਬੀ ਦੋਹਾਂ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦੱਸੀ ਜਾਏਗੀ, ਸਮਝਾਈ ਜਾਏਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਅਗਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਪੀਐਸਟੈਟ ਦੇ ਜਿਹੜੇ ਐਲੀਜੀਬਲ ਕੈਂਡੀਡੇਟਸ ਹੈਗੇ ਇਸ ਸੀਰੀਜ਼ ਦਾ ਲਾਭ ਉਠਾ ਸਕਣ, ਵੀਡੀਓਜ਼ ਨੂੰ ਦੇਖ ਸਕਣ। ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਰੇ ਫਰੈਂਡਸ ਨਾਲ। ਤੁਸੀਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਨੂੰ ਸ਼ੇਅਰ ਕਰ ਸਕਦੇ ਹੋ। ਸ਼ੁਰੂ ਕਰਦੇ ਜੀ ਆਪਣੀ ਵੀਡੀਓ ਨੂੰ। ਸਭ ਤੋਂ ਪਹਿਲਾ ਕੁਐਸਚਨ ਆਪਣੇ ਕੋਲ, ਵਿਚ ਸਟੈਚੂਟਰੀ ਬੋਡੀ ਵਾਸ ਐਸਟੈਬਲਿਸ਼ਡ ਇਨ 2010 ਟੂ ਹੈਂਡਲ ਦਾ ਐਕਸਪੀਡੀਸ਼ੀਅਸ ਡਿਸਪੋਜ਼ਲ ਆਫ ਦ ਕੇਸਿਸ ਪਰਟੇਨਿੰਗ ਟੂ ਇਨਵਾਇਰਮੈਂਟਲ ਇਸ਼ੂਜ਼। ਵਾਤਾਵਰਣ ਨਾਲ ਸੰਬੰਧੀ ਮੁੱਦਿਆਂ ਨਾਲ ਜੁੜੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਕਿਸ ਸੰਵਿਧਾਨਿਕ ਸੰਸਥਾ ਦੀ ਸਥਾਪਨਾ 2010 ਦੇ ਵਿੱਚ ਕੀਤੀ ਗਈ ਸੀ? ਫਸਟ ਆਪਸ਼ਨ ਹੈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ। ਬੀ ਆਪਸ਼ਨ ਹੈ ਗ੍ਰੀਨ ਪੀਸ ਇੰਡੀਆ, ਇਸ ਨੂੰ ਪੰਜਾਬੀ ਵਿੱਚ ਵੀ ਗ੍ਰੀਨ ਪੀਸ ਇੰਡੀਆ ਹੀ ਕਹਾਂਗੇ। ਸੀ ਆਪਸ਼ਨ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਪੰਜਾਬੀ ਵਿੱਚ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੀ ਹੈ। ਫੋਰਥ ਆਪਸ਼ਨ ਹੈ ਇੰਡੀਅਨ ਇੰਸਟੀਚਿਊਟ ਆਫ ਇਕੋਲੋਜੀ ਐਂਡ ਇਨਵਾਇਰਨਮੈਂਟ। ਦਾ ਜਿਹੜਾ ਰਾਈਟ ਆਪਸ਼ਨ ਹੈਗਾ ਜੀ ਉਹ ਰਹੇਗਾ ਆਪਣੇ ਕੋਲ ਸੀ ਆਪਸ਼ਨ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜੀ ਇੱਕ ਐਸੀ ਸਟੈਚੂਟਰੀ ਬੋਡੀ ਹੈਗੀ ਹੈ, ਐਸੀ ਸੰਵਿਧਾਨਿਕ ਸੰਸਥਾ ਹੈਗੀ ਹੈ ਜੋ ਵਾਤਾਵਰਣ ਸੰਬੰਧੀ ਮੁੱਦਿਆਂ ਨਾਲ ਜਿਹੜੇ ਵੀ ਕੇਸ ਨੇ, ਉਹਦੇ ਨਾਲ ਜੁੜੇ ਹੋਏ ਕੇਸ ਨੇ, ਉਹਨਾਂ ਦਾ ਜਲਦੀ ਨਿਪਟਾਰਾ ਕਰਨ ਵਾਸਤੇ 2010 ਦੇ ਵਿੱਚ ਇਹ ਐਸਟੈਬਲਿਸ਼ ਕੀਤੀ ਗਈ ਸੀ, ਯਾਨੀ ਕਿ ਸਥਾਪਿਤ ਕੀਤੀ ਗਈ ਸੀ। ਸੋ ਇਸ ਚੀਜ਼ ਨੂੰ ਯਾਦ ਰੱਖਿਓ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। 122 ਨੰਬਰ ਕੁਐਸਚਨ ਹੈ, ਵਨ ਆਫ ਦਾ ਫੋਲੋਇੰਗ ਪਲੈਨਟ ਇਜ਼ ਨੋਟ ਐਨ ਐਗਜ਼ਾਮਪਲ ਆਫ ਟਰਸ਼ੀਅਰ ਪਲੈਨਟਸ। ਇਹ ਹੇਠ ਵਿੱਚੋਂ ਕਿਹੜਾ ਗ੍ਰਹਿ ਧਰਤੀ ਗ੍ਰਹਿ ਯਾਨੀ ਕਿ ਟਰਸ਼ੀਅਰ ਪਲੈਨਟ ਦੀ ਉਦਾਹਰਨ ਨਹੀਂ ਹੈ? ਦੇਖੋ ਕੀ ਹੁੰਦਾ ਟਰਸ਼ੀਅਰ ਪਲੈਨਟਸ, ਆਪਣੇ ਜੋ ਪਲੈਨਟਸ ਹੈਗੇ ਆ ਟੋਟਲ 8 ਪਲੈਨਟ ਹੈ, ਆਪਣੇ 8 ਗ੍ਰਹਿ ਹੈਗੇ ਨੇ, ਲੇਕਿਨ ਉਹਨਾਂ ਵਿੱਚੋਂ ਕੁਝ ਐਸੇ ਗ੍ਰਹਿ ਹੈ ਜਿਨ੍ਹਾਂ ਦੇ ਉੱਤੇ ਧਰਤੀ ਹੈ, ਯਾਨੀ ਕਿ ਜਿੱਥੇ ਜਾ ਕੇ ਆਪਾਂ ਲੈਂਡ ਕਰ ਸਕਦੇ ਹਾਂ। ਐਸੇ ਗ੍ਰਹਿ ਜਿਨ੍ਹਾਂ ਦੀ ਧਰਤੀ ਦੇਖਣ ਨੂੰ ਮਿਲਦੀ, ਯਾਨੀ ਕਿ ਜਿਨ੍ਹਾਂ ਦੀ ਸਤਹ ਦੇਖਣ ਨੂੰ ਮਿਲਦੀ ਹੈ। ਲੇਕਿਨ ਕੁਝ ਗ੍ਰਹਿ ਜਿਹੜੇ ਆ ਉਹ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਉੱਤੇ ਧਰਤੀ ਨਹੀਂ, ਯਾਨੀ ਕਿ ਉਹਨਾਂ ਦੀ ਸਤਹ ਨਹੀਂ ਹੈ, ਉਹ ਗੈਸਾਂ ਦੇ ਗੋਲੇ ਨੇ, ਉਹਨਾਂ ਦੇ ਉੱਤੇ ਸਤਹ ਨਹੀਂ ਜਿਸ ਦੇ ਉੱਤੇ ਤੁਸੀਂ ਜਾ ਕੇ ਲੈਂਡ ਕਰ ਸਕੋ। ਸੋ ਇਹਨਾਂ ਨੇ ਪੁੱਛਿਆ ਕਿ 4 ਆਪਸ਼ਨ ਦਿੱਤੇ ਹੋਏ ਆ, ਇਹਨਾਂ ਵਿੱਚੋਂ ਉਹ ਕਿਹੜਾ ਗ੍ਰਹਿ ਹੈਗਾ ਜਿਹਦੀ ਸਤਹ ਦੇਖਣ ਨੂੰ ਨਹੀਂ ਮਿਲਦੀ, ਜਿਹਦੀ ਧਰਤੀ ਦੇਖਣ ਨੂੰ ਨਹੀਂ ਮਿਲਦੀ? ਸੋ ਫਸਟ ਆਪਸ਼ਨ ਹੈਗਾ ਜੀ ਮਰਕਰੀ, ਬੀ ਵੀਨਸ, ਸੀ ਅਰਥ, ਡੀ ਯੂਪੀਟਰ। ਤਾਂ ਇਹਨਾਂ ਵਿੱਚੋਂ ਕਿਹੜਾ ਗ੍ਰਹਿ ਹੈ? ਉਹ ਹੈਗਾ ਜੀ ਫੋਰਥ ਆਨਸਰ ਯੂਪੀਟਰ। ਤਾਂ ਆਪਾਂ ਤੁਹਾਨੂੰ ਦੱਸ ਦਈਏ ਜੀ ਪਹਿਲੇ 4 ਗ੍ਰਹਿ ਜਿਹੜੇ ਆ ਉਹ ਧਰਤੀ ਵਾਲੇ ਗ੍ਰਹਿ ਹੈ, ਟਰਸ਼ੀਅਰ ਪਲੈਨਟਸ ਹੈ ਜਿਨ੍ਹਾਂ ਦੀ ਸਤਹ ਦੇਖਣ ਨੂੰ ਮਿਲਦੀ ਹੈ। ਤੇ ਲਾਸਟ ਜਿਹੜੇ 4 ਗ੍ਰਹਿ ਹੈਗੇ ਆ ਉਹਨਾਂ ਦੀ ਟਰਸ਼ੀਅਰ ਪਲੈਨਟਸ ਨਹੀਂ ਹੈਗੇ, ਉਹ ਗੈਸਾਂ ਦੇ ਗੋਲੇ ਆ, ਉਹਨਾਂ ਦੀ ਸਤਹ ਨਹੀਂ ਹੈ, ਸੋ ਟਰਸ਼ੀਅਰ ਪਲੈਨਟਸ ਨਹੀਂ ਹਨ। ਤਾਂ ਇਸਦਾ ਰਾਈਟ ਆਪਸ਼ਨ ਆ ਜਾਏਗਾ ਡੀ। 3 ਨੰਬਰ ਕੁਐਸਚਨ, ਵਾਈ ਵਰਲਡ ਓਜ਼ੋਨ ਡੇ ਇਜ਼ ਸੈਲੀਬ੍ਰੇਟਡ ਔਨ ਸੈਪਟੰਬਰ 16 ਐਵਰੀ ਈਅਰ ਵਰਲਡ ਓਵਰ। ਤਾਂ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਪੁੱਛਿਆ ਜੀ ਵਿਸ਼ਵ ਓਜ਼ੋਨ ਦਿਵਸ ਜਿਹੜਾ ਉਹ ਹਰ ਸਾਲ ਦੁਨੀਆ ਭਰ ਵਿੱਚ 16 ਸਤੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ? ਇੱਕ ਤਾਂ ਇੱਥੇ ਇਹ ਯਾਦ ਕਰਨ ਵਾਲੀ ਗੱਲ ਹੈ ਜੀ ਓਜ਼ੋਨ ਡੇ ਜਿਹੜਾ ਉਹ 16 ਸਤੰਬਰ ਨੂੰ ਮਨਾਇਆ ਜਾਂਦਾ ਹੈ। ਕਈ ਵਾਰ ਇੱਦਾਂ ਵੀ ਕੁਐਸਚਨ ਆ ਜਾਂਦਾ ਹੈ। ਦੂਸਰੇ ਇੱਥੇ ਕੁਐਸਚਨ ਪੁੱਛਿਆ ਕਿ ਕਿਉਂ ਮਨਾਇਆ ਜਾਂਦਾ ਹੈ। ਫਸਟ ਹੈਗਾ ਜੀ ਇਹਦੇ ਵਿੱਚ ਮੌਂਟਰੀਅਲ ਪ੍ਰੋਟੋਕੋਲ ਵਾਜ਼ ਸਾਈਨਡ ਇਨ 16 ਸਤੰਬਰ, 16 ਸਤੰਬਰ ਨੂੰ ਮੌਂਟਰੀਅਲ ਪ੍ਰੋਟੋਕੋਲ ਜਿਹੜਾ ਉਹ ਹਸਤਾਖਰ ਕੀਤੇ ਗਏ ਸਨ। ਬੀ ਆਪਸ਼ਨ ਹੈ ਕਿਓਟੋ ਪ੍ਰੋਟੋਕੋਲ ਵਾਜ਼ ਸਾਈਨਡ ਇਨ 16 ਸਤੰਬਰ, ਕਿਓਟੋ ਪ੍ਰੋਟੋਕੋਲ ਤੇ 16 ਸਤੰਬਰ ਨੂੰ ਹਸਤਾਖਰ ਕੀਤੇ ਗਏ ਸਨ। ਸੀ ਆਪਸ਼ਨ ਹੈ ਜੀ ਇਹਦੇ ਵਿੱਚ ਓਜ਼ੋਨ ਲੇਅਰ ਵਾਜ਼ ਡਿਸਕਵਰਡ ਬਾਈ ਸਾਇੰਟਿਸਟ ਔਨ 16 ਸਤੰਬਰ, ਕਿ ਓਜ਼ੋਨ ਪਰਤ ਦੀ ਖੋਜ ਵਿਗਿਆਨੀਆਂ ਦੁਆਰਾ 16 ਸਤੰਬਰ ਨੂੰ ਕੀਤੀ ਗਈ ਸੀ। ਜਾਂ ਡੀ ਆਪਸ਼ਨ ਹੈ ਓਜ਼ੋਨ ਹੋਲ ਵਾਜ਼ ਡਿਸਕਵਰਡ ਬਾਈ ਸਾਇੰਟਿਸਟ ਔਨ 16 ਸਤੰਬਰ, ਓਜ਼ੋਨ ਛੇਕ ਦੀ ਖੋਜ ਵਿਗਿਆਨੀਆਂ ਦੁਆਰਾ 16 ਸਤੰਬਰ ਨੂੰ ਕੀਤੀ ਗਈ ਸੀ। ਆਪਸ਼ਨ ਹੈਗਾ ਜੀ ਏ ਮੌਂਟਰੀਅਲ ਪ੍ਰੋਟੋਕੋਲ ਵਾਜ਼ ਸਾਈਨਡ ਇਨ 16 ਸਤੰਬਰ, 16 ਸਤੰਬਰ ਨੂੰ ਮੌਂਟਰੀਅਲ ਪ੍ਰੋਟੋਕੋਲ ਤੇ ਹਸਤਾਖਰ ਕੀਤੇ ਗਏ ਸਨ। 124 ਨੰਬਰ ਕੁਐਸਚਨ, ਮੈਚ ਆਫ ਦਾ ਫੋਲੋਇੰਗ। ਆਪਾਂ ਮੈਚ ਕਰਨਾ, ਸੋ ਆਪਾਂ ਤੁਹਾਨੂੰ ਸਿੱਧਾ ਆਨਸਰ ਦੱਸਦੇ ਹਾਂ ਜੀ ਬਾਇਓਸਫੀਅਰ ਨੂੰ ਕਿਸ ਨਾਲ ਮੈਚ ਕਰਾਂਗੇ। ਚਾਰੇ ਦਿੱਤੇ ਹੋ ਆਪਸ਼ਨਸ ਦੇ ਵਿੱਚੋਂ ਰਿਲੇਸ਼ਨ ਬਿਟਵੀਨ ਆਰਗੈਨਿਜ਼ਮਸ ਐਂਡ देयर ਸਰਾਊਂਡਿੰਗਸ, ਤੇ ਇਹ ਆ ਜਾਏਗਾ ਡੀ ਆਪਸ਼ਨ, ਪਹਿਲੇ ਦਾ ਬਣੇਗਾ ਡੀ। ਹਾਂਜੀ, ਤਾਂ ਪਹਿਲੇ ਦਾ ਬਾਇਓਸਫੀਅਰ ਦਾ ਬਣੇਗਾ ਰਿਲੇਸ਼ਨ ਬਿਟਵੀਨ ਦਾ ਆਰਗੈਨਿਜ਼ਮਸ ਐਂਡ देयर ਸਰਾਊਂਡਿੰਗਸ, ਤਾਂ ਫਸਟ ਦਾ ਹੋਏਗਾ ਜੀ ਡੀ ਆਪਸ਼ਨ। ਹਾਈਡਰੋਸਫੀਅਰ, ਹਾਈਡਰੋਸਫੀਅਰ ਕੀ ਹੁੰਦਾ ਜੀ? ਸੋ ਹਾਈਡਰੋਸਫੀਅਰ ਹੁੰਦਾ ਡੋਮੇਨ ਆਫ ਵਾਟਰ, ਆਪਾਂ ਨੂੰ ਪਤਾ ਹਾਈਡਰੋ ਵਰਡ ਹੀ ਵਾਟਰ ਲਈ ਯੂਜ਼ ਕੀਤਾ ਜਾਂਦਾ ਹੈ। ਸੋ ਹਾਈਡਰੋਸਫੀਅਰ ਜਿਹੜਾ ਹੈ ਉਹ ਡੋਮੇਨ ਆਫ ਵਾਟਰ ਬਣੇਗਾ। ਇਨਵਾਇਰਮੈਂਟ ਕੀ ਹੈ ਜੀ? ਬਲੈਂਕਟ ਆਫ ਏਅਰ ਵਿਚ ਸਰਾਊਂਡਸ ਦਾ ਅਰਥ ਹੈ। ਆਪਾਂ ਇਨਵਾਇਰਮੈਂਟ ਦੀ ਡੈਫੀਨੇਸ਼ਨ ਜਦੋਂ ਕਰਦੇ ਆਪਾਂ ਇੱਦਾਂ ਹੀ ਪੜ੍ਹਦੇ ਕਿ ਵਾਤਾਵਰਨ ਜਾਂ ਇਨਵਾਇਰਮੈਂਟ ਕੀ ਹੈ? ਬਲੈਂਕਟ ਆਫ ਏਅਰ ਹੈ ਜੋ ਅਰਥ ਦੇ ਆਲੇ ਦੁਆਲੇ ਹੈ। ਲੀਥੋਸਫੀਅਰ ਕਿਸ ਚੀਜ਼ ਨਾਲ ਰਿਲੇਟਡ ਹੈ? ਲੀਥੋਸਫੀਅਰ ਆਪਾਂ ਨੂੰ ਪਤਾ ਜੀ ਧਰਤੀ ਦੇ ਨਾਲ ਰਿਲੇਟਡ ਹੈ। ਸੋ ਸੋਲਿਡ ਕਰਸਟ ਔਰ ਦਾ ਹਾਰਡ ਟੋਪ ਲੇਅਰ ਆਫ ਦੀ ਅਰਥ, ਤਾਂ ਇਹ ਹੋ ਗਿਆ ਜੀ ਸੀ ਆਪਸ਼ਨ। ਤਾਂ ਇਸ ਤਰੀਕੇ ਨਾਲ ਆਪਣਾ ਇਹ ਆਪਸ਼ਨ ਜਿਹੜਾ ਇੱਥੇ ਕਰੈਕਟ ਬਣ ਜਾਂਦਾ ਹੈ।
ਉਸ ਤੋਂ ਬਾਅਦ ਜੀ 125 ਨੰਬਰ ਕੁਐਸਚਨ, ਡਿਊਰਿੰਗ ਦ ਪ੍ਰੋਸੈਸ ਆਫ ਆਈ ਡੋਨੇਸ਼ਨ, ਜਦੋਂ ਆਪਾਂ ਆਈ ਡੋਨੇਟ ਕਰਦੇ ਹਾਂ, ਵਿਚ ਪਾਰਟ ਆਫ ਦਾ ਆਈ ਇਜ਼ ਟ੍ਰਾਂਸਪਲਾਂਟਡ ਇਨ ਦ ਰਿਸੀਵਰ ਆਫ ਦਾ ਆਈ। ਜਦੋਂ ਵੀ ਆਪਾਂ ਕਹਿੰਦੇ ਹਾਂ ਕਿ ਆਈ ਡੋਨੇਟ ਕੀਤੀ ਜਾ ਰਹੀ ਹੈ, ਆਈ ਟ੍ਰਾਂਸਪਲਾਂਟ ਕੀਤੀ ਜਾਂਦੀ ਹੈ, ਤਾਂ ਆਈ ਦਾ ਕਿਹੜਾ ਪਾਰਟ ਹੈਗਾ ਉਹ ਜੋ ਡੋਨੇਟ ਕੀਤਾ ਜਾਂਦਾ ਹੈ। ਅੱਖਾਂ ਦਾਨ ਕਰਨ ਦੀ ਪ੍ਰਕਿਰਿਆ ਦੇ ਦੌਰਾਨ ਅੱਖ ਦੇ ਕਿਹੜੇ ਹਿੱਸੇ ਨੂੰ ਅੱਖ ਪ੍ਰਾਪਤ ਕਰਨ ਵਾਲੇ ਵਿੱਚ ਸਥਾਨਾਂਤਰਿਤ ਕੀਤਾ ਜਾਂਦਾ ਹੈ। ਫਸਟ ਆਪਸ਼ਨ ਹੈਗਾ ਜੀ ਲੈਂਸ, ਦੂਸਰਾ ਹੈ ਰੈਟੀਨਾ, ਤੀਸਰਾ ਕੋਰਨੀਆ ਤੇ ਚੌਥਾ ਆਲ ਆਫ ਦੀਸ। ਤੇ ਇਸਦਾ ਰਾਈਟ ਆਪਸ਼ਨ ਹੈਗਾ ਜੀ ਸੀ ਕੋਰਨੀਆ। ਪੂਰੀ ਦੀ ਪੂਰੀ ਅੱਖ ਟ੍ਰਾਂਸਫਰ ਨਹੀਂ ਕੀਤੀ ਜਾਂਦੀ, ਨਾ ਹੀ ਲੈਂਸ ਰੈਟੀਨਾ ਟ੍ਰਾਂਸਫਰ ਕੀਤਾ ਜਾਂਦਾ ਹੈ। ਕੋਰਨੀਆ ਇੱਕ ਐਸਾ ਪਾਰਟ ਹੈ ਜੋ ਕਿ ਸਭ ਤੋਂ ਪਹਿਲਾ ਪਾਰਟ ਟ੍ਰਾਂਸਪੇਰੈਂਟ ਲੇਅਰ ਹੁੰਦੀ ਆ ਆਈ ਦੀ, ਸਭ ਤੋਂ ਪਹਿਲੀ ਕੋਰਨੀਆ, ਉਸਨੂੰ ਹੀ ਟ੍ਰਾਂਸਪਲਾਂਟ ਕੀਤਾ ਜਾਂਦਾ ਜਦੋਂ ਵੀ ਆਈ ਡੋਨੇਟ ਕੀਤੀ ਜਾਂਦੀ ਹੈ। 126 ਨੰਬਰ ਕੁਐਸਚਨ ਹੈ ਜੀ, ਵਿਚ ਕੰਟਰੀ ਇਜ਼ ਲਾਰਜੈਸਟ ਕਾਰਬਨ ਡਾਈਆਕਸਾਈਡ ਗੈਸ ਐਮੀਟਰ ਇਨ ਦ ਵਰਲਡ ਪ੍ਰੈਜ਼ੈਂਟਲੀ। ਮੌਜੂਦਾ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਕਾਰਬਨ ਡਾਈਆਕਸਾਈਡ ਗੈਸ ਨਿਕਾਸ ਕਰਨ ਵਾਲਾ ਦੇਸ਼ ਕਿਹੜਾ ਹੈ। ਤਾਂ ਕਿਹੜਾ ਦੇਸ਼ ਹੈ ਜੀ ਜਿਹੜਾ ਸਭ ਤੋਂ ਵੱਧ ਕਾਰਬਨ ਡਾਈਆਕਸਾਈਡ ਨੂੰ ਐਮਿਟ ਕਰਦਾ ਹੈ, ਸਭ ਤੋਂ ਵੱਧ ਛੱਡਦਾ ਹੈ ਕਾਰਬਨ ਡਾਈਆਕਸਾਈਡ, ਕਿਹੜਾ ਦੇਸ਼ ਹੈ। ਸਭ ਤੋਂ ਪਹਿਲੇ ਨੰਬਰ 'ਤੇ ਉਹਨਾਂ ਨੇ ਪੁੱਛਿਆ ਜੀ ਚਾਈਨਾ, ਦੂਸਰਾ USA, ਤੀਸਰਾ ਰਸ਼ੀਆ, ਚੌਥਾ ਜਾਪਾਨ। ਤਾਂ 126 ਦਾ ਜਿਹੜਾ ਰਾਈਟ ਆਪਸ਼ਨ ਹੋਏਗਾ ਜੀ ਉਹ ਹੋਏਗਾ ਜੀ ਆਪਣੇ ਕੋਲ A। 127 ਨੰਬਰ ਕੁਐਸਚਨ, ਇਨ ਹਾਊ ਮੈਨੀ ਕੈਟੇਗਰੀਜ਼ ਬੈਂਜਾਮਿਨ ਬਲੂਮ ਡਿਵਾਈਡਡ ਦ ਕੋਗਨੀਟਿਵ ਓਬਜੈਕਟਿਵਸ। ਤਾਂ ਬੈਂਜਾਮਿਨ ਬਲੂਮ ਨੇ ਗਿਆਨ ਦੇ ਉਦੇਸ਼ਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ। 8 ਕੈਟੇਗਰੀਜ਼, 6 ਕੈਟੇਗਰੀਜ਼, 7 ਕੈਟੇਗਰੀਜ਼ ਜਾਂ 5 ਕੈਟੇਗਰੀਜ਼। ਸੋ 127 ਦਾ ਰਾਈਟ ਆਪਸ਼ਨ ਆਏਗਾ ਜੀ ਬੀ ਆਪਸ਼ਨ, ਆਪਣੇ ਪਾਸ 6 ਕੈਟੇਗਰੀਜ਼। ਤਾਂ ਬਲੂਮ ਨੇ, ਜੋ ਬੈਂਜ਼ਾਮਿਨ ਬਲੂਮ ਸੀ, ਉਸਨੇ ਕੋਗਨੇਟਿਵ ਓਬਜੈਕਟਿਵ ਨੂੰ 6 ਕੈਟੇਗਰੀ, 6 ਭਾਗਾਂ ਦੇ ਵਿੱਚ ਵੰਡਿਆ ਸੀ। ਹਾਂਜੀ, ਨੈਕਸਟ ਆਪਣੇ ਕੋਲ ਆ ਜਾਂਦਾ ਜੀ 128 ਨੰਬਰ ਕੁਐਸਚਨ, ਫॉर ਇੰਪਾਰਟਿੰਗ ਇਨਵਾਇਰਨਮੈਂਟ ਸੈਂਸਿਟੀਵਿਟੀ ਵੇਅਰ ਵੁੱਡ ਯੂ ਟੇਕ ਯੂਰ ਸਟੂਡੈਂਟਸ ਫॉर ਐਕਸਕਰਸ਼ਨ। ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ ਪ੍ਰਦਾਨ ਕਰਨ ਲਈ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਸੈਰ ਸਪਾਟਾ ਲਈ ਕਿੱਥੇ ਲੈ ਕੇ ਜਾਓਗੇ। ਫਸਟ ਆਪਸ਼ਨ ਹੈ ਬੋਟੈਨੀਕਲ ਗਾਰਡਨ, ਬੀ ਆਪਸ਼ਨ ਤਾਜ ਮਹਿਲ, ਸੀ ਰੇਲਵੇ ਪਲੇਟਫਾਰਮ, ਡੀ ਲਾਇਬ੍ਰੇਰੀ। ਤਾਂ 128 ਨੰਬਰ ਦੇ ਕੁਐਸਚਨ ਦਾ ਜੋ ਆਨਸਰ ਹੈਗਾ ਜੀ ਉਹ ਹੋਏਗਾ ਜੀ ਆਪਣਾ ਏ। ਬਿਲਕੁਲ, ਅਗਰ ਅਸੀਂ ਇਨਵਾਇਰਨਮੈਂਟ ਦੇ ਰਿਗਾਰਡਿੰਗ ਅਸੀਂ ਸੰਵੇਦਨਸ਼ੀਲਤਾ ਬੱਚਿਆਂ ਦੇ ਵਿੱਚ ਲੈ ਕੇ ਆਉਂਦੇ ਤਾਂ ਅਸੀਂ ਉਹਨਾਂ ਨੂੰ ਬੋਟੈਨੀਕਲ ਗਾਰਡਨ, ਜਿੱਥੇ ਉਹ ਇਨਵਾਇਰਨਮੈਂਟ ਦੇ ਨਾਲ ਸਿੱਧਾ ਇੰਟਰੈਕਟ ਕਰ ਪਾਉਣ, ਉੱਥੇ ਹੀ ਲੈ ਕੇ ਜਾਵਾਂਗੇ। ਸੋ ਇਸ ਦਾ ਰਾਈਟ ਆਪਸ਼ਨ ਆਏਗਾ ਬੋਟੈਨੀਕਲ ਗਾਰਡਨ। ਹਾਂਜੀ, ਸੋ 129 ਨੰਬਰ ਕੁਐਸਚਨ ਹੈ, ਹੂ ਇਜ਼ ਦ ਪ੍ਰੈਜ਼ੈਂਟ ਯੂਨੀਅਨ ਮਿਨਿਸਟਰ ਆਫ ਇਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਇਨ ਪ੍ਰੈਜ਼ੈਂਟ ਗਵਰਨਮੈਂਟ ਆਫ ਇੰਡੀਆ। ਮੌਜੂਦਾ ਭਾਰਤ ਸਰਕਾਰ ਵਿੱਚ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਬਾਰੇ ਮੰਤਰੀ ਕੌਣ ਹੈ। ਏ ਆਪਸ਼ਨ ਨਿਰਮਲਾ ਸੀਤਾਰਮਨ, ਬੀ ਪੀਯੂਸ਼ ਗੋਇਲ, ਸੀ ਐਸ ਜੈਸ਼ੰਕਰ, ਡੀ ਪ੍ਰਕਾਸ਼ ਜਾਵੜੇਕਰ। ਸੋ ਜਿਸ ਵਕਤ ਇਹ ਕੁਐਸਚਨ ਹੈ ਜੀ ਉਸ ਟਾਈਮ ਪ੍ਰਕਾਸ਼ ਜਾਵੜੇਕਰ ਇਸ ਦਾ ਰਾਈਟ ਆਪਸ਼ਨ ਸੀ। ਸੋ ਡੀ ਇਸ ਦਾ ਰਾਈਟ ਆਪਸ਼ਨ ਹੈ। ਲੇਕਿਨ ਅਗਰ ਆਪਾਂ ਹੁਣ ਇਸ ਟਾਈਮ ਪ੍ਰੈਜ਼ੈਂਟ ਦੀ ਗੱਲ ਕਰ ਲਈਏ ਤਾਂ ਇਸ ਟਾਈਮ ਭੁਪਿੰਦਰ ਯਾਦਵ ਹੈ, ਉਹ ਇਸ ਦੇ ਯੂਨੀਅਨ ਮਿਨਿਸਟਰ ਹੈ ਇਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ ਦੇ। ਜਿਸ ਟਾਈਮ ਦਾ ਕੁਐਸਚਨ ਹੈ ਉਸ ਟਾਈਮ ਪ੍ਰਕਾਸ਼ ਜਾਵੜੇਕਰ ਸੀ, ਲੇਕਿਨ ਹੁਣ ਇਹ ਭੁਪਿੰਦਰ ਯਾਦਵ ਨੇ। ਸੋ ਇਸ ਚੀਜ਼ ਨੂੰ ਯਾਦ ਰੱਖਿਓ, ਹੁਣ ਇਸ ਟਾਈਮ ਮਿਨਿਸਟਰ ਜਿਹੜਾ ਚੇਂਜ ਹੋ ਚੁੱਕੇ हैं, ਭੁਪਿੰਦਰ ਯਾਦਵ ਇਸ ਦੇ ਰਾਈਟ ਆਪਸ਼ਨ ਆਏਗਾ। 130 ਨੰਬਰ ਕੁਐਸਚਨ ਹੈ, ਫॉर ਮੈਪ ਰੀਡਿੰਗ ਵਿਚ ਵਨ ਆਫ ਦ ਫੋਲੋਇੰਗ ਕੰਪੋਨੈਂਟ ਕਾਂਟ ਬੀ ਯੂਜ਼ਫੁਲ। ਮੈਪ ਰੀਡਿੰਗ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਲਾਭਦਾਇਕ ਨਹੀਂ ਹੋ ਸਕਦਾ। ਏ ਯੂਜ਼ਿੰਗ ਡਾਇਰੈਕਸ਼ਨ, ਦਿਸ਼ਾ ਦੀ ਵਰਤੋਂ, ਬੀ ਯੂਜ਼ਿੰਗ ਕਲਰ, ਰੰਗਾਂ ਦੀ ਵਰਤੋਂ, ਸੀ ਯੂਜ਼ਿੰਗ ਸਿੰਬਲਸ, ਪ੍ਰਤੀਕਾਂ ਦੀ ਵਰਤੋਂ, ਡੀ ਯੂਜ਼ਿੰਗ ਗ੍ਰਾਮਰ, ਵਿਆਕਰਨ ਦੀ ਵਰਤੋਂ। ਤਾਂ ਮੈਪ ਰੀਡਿੰਗ ਦੇ ਵਿੱਚ ਆਪਾਂ ਨੂੰ ਪਤਾ ਹੈ ਜੀ ਹਰ ਇੱਕ ਚੀਜ਼, ਕਲਰ, ਡਾਇਰੈਕਸ਼ਨ, ਸਿੰਬਲਸ, ਇਹ ਸਾਰੀ ਚੀਜ਼ਾਂ ਆਪਾਂ ਮੈਪ ਰੀਡਿੰਗ ਦੇ ਵਿੱਚ ਯੂਜ਼ ਕਰਦੇ, ਲੇਕਿਨ ਗ੍ਰਾਮਰ ਦਾ ਕੋਈ ਰੋਲ ਨਹੀਂ ਹੈ ਉੱਥੇ। ਸੋ 130 ਦਾ ਜਿਹੜਾ ਰਾਈਟ ਆਪਸ਼ਨ ਹੋਏਗਾ ਜੀ ਉਹ ਹੋਏਗਾ ਆਪਸ਼ਨ ਨੰਬਰ ਡੀ, ਗ੍ਰਾਮਰ, ਯੂਜ਼ਿੰਗ ਗ੍ਰਾਮਰ। 131 ਨੰਬਰ ਕੁਐਸਚਨ, ਫॉर ਆਰਗੇਨਾਈਜ਼ਿੰਗ ਇਨਵਾਇਰਨਮੈਂਟ ਕੁਇਜ਼ ਵਿਚ ਕਾइंड ऑफ ਕੁਐਸਚਨ ਸ਼ੁੱਡ ਬੀ ਆਸਕਡ। ਵਾਤਾਵਰਣ ਕੁਇਜ਼ ਦੇ ਆਯੋਜਨ ਲਈ ਕਿਸ ਕਿਸਮ ਦੇ ਪ੍ਰਸ਼ਨ ਪੁੱਛੇ ਜਾਣੇ ਚਾਹੀਦੇ ਹਨ। ਏ ਐਸੇ ਟਾਈਪ ਕੁਐਸਚਨਸ, ਬੀ ਆਬਜੈਕਟਿਵ ਟਾਈਪ ਕੁਐਸਚਨ, ਸੀ ਸ਼ੋਰਟ ਆਂਸਰ ਟਾਈਪ ਕੁਐਸਚਨ, ਡੀ ਓਪਨ ਐਂਡਡ ਕੁਐਸਚਨ। ਐਸੇ ਟਾਈਪ ਕੁਐਸਚਨ ਨੂੰ ਪ੍ਰਸਤਾਵ ਰੂਪੀ ਪ੍ਰਸ਼ਨ ਕਹਿੰਦੇ ਆ ਆਪਾਂ। ਆਬਜੈਕਟਿਵ ਟਾਈਪ ਕੁਐਸਚਨ ਨੂੰ ਵਸਤੂਨਿਸ਼ਟ ਪ੍ਰਸ਼ਨ ਕਿਹਾ ਜਾਂਦਾ ਹੈ। ਸ਼ੋਰਟ ਆਂਸਰ ਟਾਈਪ ਕੁਐਸਚਨ ਨੂੰ ਆਪਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਹਿੰਦੇ ਹਾਂ, ਤੇ ਓਪਨ ਐਂਡਡ ਕੁਐਸਚਨ ਨੂੰ ਖੁੱਲੇ ਉੱਤਰਾਂ ਵਾਲੇ ਪ੍ਰਸ਼ਨ ਕਿਹਾ ਜਾਂਦਾ ਹੈ। ਸੋ 130 ਦਾ ਰਾਈਟ ਆਪਸ਼ਨ ਹੋਏਗਾ ਜੀ ਆਪਸ਼ਨ ਨੰਬਰ ਬੀ, ਆਬਜੈਕਟਿਵ ਟਾਈਪ ਕੁਐਸਚਨਸ, ਜਿਨ੍ਹਾਂ ਦਾ ਆਂਸਰ ਹਾਂ ਜਾਂ ਨਾ ਜਾਂ ਇੱਕ ਅੱਖਰ ਦੇ ਵਿੱਚ ਉਹਦਾ ਆਂਸਰ ਹੋਵੇ, ਉਹ ਹੀ ਕੁਐਸਚਨ ਜਿਹੜੇ ਕੁਇਜ਼ ਦੇ ਵਿੱਚ ਪੁੱਛੇ ਜਾਣੇ ਚਾਹੀਦੇ ਹਨ। ਕਿਉਂਕਿ ਕੁਇਜ਼ ਦੇ ਵਿੱਚ ਕੁਐਸਚਨ ਦਾ ਆਂਸਰ ਬਹੁਤ ਹੀ ਸ਼ੋਰਟ ਟਾਈਮ ਦੇ ਵਿੱਚ ਦੇਣਾ, ਲੰਬੇ ਉੱਤਰਾਂ ਵਾਲੇ ਪ੍ਰਸ਼ਨ ਨਹੀਂ ਪੁੱਛੇ ਜਾ ਸਕਦੇ। 132 ਨੰਬਰ ਕੁਐਸਚਨ, ਵਿਚ ਵਨ ਆਫ ਦ ਫੋਲੋਇੰਗ ਇਜ਼ ਨੋਟ ਦ ਯੂਟਿਲਿਟੀ ਆਫ ਫੀਲਡ ਟ੍ਰਿਪਸ ਇਨ ਇਨਵਾਇਰਨਮੈਂਟਲ ਐਜੂਕੇਸ਼ਨ। ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਵਾਤਾਵਰਣ ਸਿੱਖਿਆ ਦੇ ਵਿੱਚ ਫੀਲਡ ਟ੍ਰਿਪ, ਜੋ ਫੀਲਡ ਟ੍ਰਿਪ ਕਰਵਾਈ ਜਾਂਦੀ ਹੈ, ਯਾਨੀ ਕਿ ਉਹਨਾਂ ਨੂੰ ਕਿਸੇ ਜਗ੍ਹਾ 'ਤੇ ਲਿਜਾਇਆ ਜਾਂਦਾ ਹੈ, ਉਸਦੀ ਉਪਯੋਗਤਾ ਨਹੀਂ ਹੈ। ਇਹਨਾਂ ਵਿੱਚੋਂ ਕਿਸ ਦੀ ਉਪਯੋਗਤਾ ਨਹੀਂ ਹੈ, ਨੋਟ 'ਤੇ ਧਿਆਨ ਦਿਓ। ਇਹ ਆਪਸ਼ਨ ਹੈ ਲਰਨਿੰਗ ਦਾ ਆਰਟ ਆਫ ਲਿਵਿੰਗ ਵਿਦ ਅਦਰਸ, ਦੂਸਰਿਆਂ ਨਾਲ ਰਹਿਣ ਦੀ ਕਲਾ ਨੂੰ ਸਿੱਖਣਾ। ਨੋਇੰਗ ਦ ਇੰਸਟੀਟਿਊਸ਼ਨਸ ਆਫ ਪੋਲੀਟੀਕਲ ਇੰਪੋਰਟੈਂਸ, ਰਾਜਨੀਤਿਕ ਮਹੱਤਵ ਵਾਲੀਆਂ ਸੰਸਥਾਵਾਂ ਨੂੰ ਜਾਣਨਾ। ਇੰਟੀਗ੍ਰੇਟਿੰਗ ਕਲਾਸਰੂਮ ਇੰਸਟਰਕਸ਼ਨਸ ਵਿਦ ਫੀਲਡ, ਫੀਲਡ ਦੇ ਨਾਲ ਕਲਾਸਰੂਮ ਦੀਆਂ ਹਦਾਇਤਾਂ ਨੂੰ ਏਕੀਕ੍ਰਿਤ ਕਰਨਾ। ਐਕਸਪੈਂਡਿੰਗ ਇਮੋਸ਼ਨਲ ਐਂਡ ਇੰਟੈਲੈਕਚੁਅਲ ਹੋਰੀਜ਼ਨਸ, ਭਾਵਨਾਤਮਕ ਅਤੇ ਬੌਧਿਕ ਦ੍ਰਿਸ਼ਟੀਕੋਣ ਦਾ ਵਿਸਤਾਰ ਕਰਨਾ। ਤੇ 132 ਦਾ ਜਿਹੜਾ ਰਾਈਟ ਆਪਸ਼ਨ ਹੋਏਗਾ ਜੀ ਉਹ ਹੋਏਗਾ ਆਪਣੇ ਕੋਲ ਆਪਸ਼ਨ ਨੰਬਰ ਬੀ, ਨੋਇੰਗ ਦ ਇੰਸਟੀਟਿਊਸ਼ਨਸ ਆਫ ਪੋਲੀਟੀਕਲ ਇੰਪੋਰਟੈਂਸ, ਯਾਨੀ ਕਿ ਰਾਜਨੀਤਿਕ ਮਹੱਤਵ ਵਾਲੀਆਂ ਸੰਸਥਾਵਾਂ ਨੂੰ ਜਾਣਨਾ। ਇਸ ਦਾ ਜਿਹੜਾ ਹੈ ਆਪਣੇ ਕੋਲ ਵਾਤਾਵਰਣ ਸਿੱਖਿਆ ਦੇ ਵਿੱਚ ਇਸ ਦਾ ਫੀਲਡ ਟ੍ਰਿਪ ਨਾਲ ਕੋਈ ਵੀ ਉਪਯੋਗਤਾ ਨਹੀਂ ਹੈ। 133 ਨੰਬਰ ਕੁਐਸਚਨ, ਯੂ ਵਾਂਟ ਟੂ ਟ੍ਰੇਨ ਦ ਸਟੂਡੈਂਟਸ ਫॉर ਕੈਮੀਕਲ ਮੈਥਡ ਆਫ ਵਾਟਰ ਸਟੀਰਲਾਈਜੇਸ਼ਨ, ਵਿਚ ਵਨ ਆਫ ਦ ਫੋਲੋਇੰਗ ਵਿਲ ਨਾਟ ਬੀ ਸੁਜੈਸਟਡ ਬਾਈ ਯੂ।
ਤੁਸੀਂ ਵਿਦਿਆਰਥੀਆਂ ਨੂੰ ਪਾਣੀ ਸ਼ੁੱਧੀਕਰਨ ਦੀ ਰਸਾਇਣਿਕ ਤਰੀਕਿਆਂ, ਧਿਆਨ ਦਿਓ ਇੱਥੇ ਆਪਾਂ ਕਿਹੜਾ ਤਰੀਕਾ ਦੱਸਣਾ ਹੈ, ਕੈਮੀਕਲ ਮੈਥਡ, ਰਸਾਇਣਿਕ ਤਰੀਕਿਆਂ ਲਈ ਸਿਖਲਾਈ ਦੇਣਾ ਚਾਹੁੰਦੇ ਹੋ। ਇਹਨਾਂ ਵਿੱਚੋਂ ਕਿਹੜਾ ਸੁਝਾਅ ਤੁਹਾਡੇ ਦੁਆਰਾ ਨਹੀਂ ਦਿੱਤਾ ਜਾਵੇਗਾ। ਤਾਂ ਆਪਾਂ ਪਾਣੀ ਸ਼ੁੱਧੀਕਰਨ ਦਾ ਰਸਾਇਣਿਕ ਤਰੀਕਾ ਜਿਹੜਾ ਉਹ ਆਪਾਂ ਸਿਖਾਉਣਾ ਹੈ। ਕਿਹੜਾ ਤਰੀਕਾ ਆਪਾਂ ਉਹਨਾਂ ਨੂੰ ਨਹੀਂ ਦੇਵਾਂਗੇ, ਕਿਹੜਾ ਸੁਝਾਅ ਆਪਾਂ ਉਹਨੂੰ ਨਹੀਂ ਦੇਵਾਂਗੇ, ਨੋਟ 'ਤੇ ਧਿਆਨ ਦਿਓ। ਇਹ ਆਪਸ਼ਨ ਹੈ ਯੂਜ਼ ਆਫ ਪੋਟਾਸ਼ੀਅਮ ਪਰਮੈਂਗਨੇਟ, ਬੀ ਬੋਇਲਿੰਗ ਦਾ ਵਾਟਰ, ਸੀ ਯੂਜ਼ ਆਫ ਕਲੋਰੀਨ, ਡੀ ਯੂਜ਼ ਆਫ ਐਲੂਮੀਨੀਅਮ ਸਲਫੇਟ। ਤਾਂ 133 ਦਾ ਜੋ ਰਾਈਟ ਆਪਸ਼ਨ ਹੋਏਗਾ ਜੀ ਉਹ ਹੋਏਗਾ ਆਪਸ਼ਨ ਨੰਬਰ ਬੀ ਬੋਇਲਿੰਗ ਦਾ ਵਾਟਰ, ਕਿਉਂਕਿ ਵਾਟਰ ਨੂੰ ਬੋਇਲ ਕਰਨ ਦਾ ਜੋ ਤਰੀਕਾ ਹੈ ਜੀ ਉਹ ਕੈਮੀਕਲ ਮੈਥਡ ਨਹੀਂ, ਇੱਕ ਫਿਜ਼ੀਕਲ ਮੈਥਡ ਹੈ। ਸੋ ਆਪਾਂ ਇੱਥੇ ਕੈਮੀਕਲ ਯਾਨੀ ਕਿ ਰਸਾਇਣਿਕ ਤਰੀਕਾ ਸਿਖਾਉਣਾ ਸੀ, ਬਾਕੀ ਤਿੰਨੇ ਤਰੀਕੇ ਨੇ ਜਿਹੜੇ ਰਸਾਇਣਿਕ ਨੇ। ਬੋਇਲਿੰਗ ਆਫ ਵਾਟਰ ਜਿਹੜਾ ਇੱਕ ਫਿਜ਼ੀਕਲ ਮੈਥਡ ਹੈ। 133 ਨੰਬਰ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਸਟੈਪਸ ਟੂ ਕੰਟਰੋਲ ਦਾ ਪੋਪੂਲੇਸ਼ਨ ਇਜ਼ ਅਨਐਥੀਕਲ ਫॉर ਅ ਟੀਚਰ ਟੂ ਰਿਕਮੈਂਡ। ਆਬਾਦੀ ਨੂੰ ਨਿਯੰਤਰਣ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਤਰੀਕੇ ਦੀ ਸਿਫਾਰਿਸ਼ ਕਰਨਾ ਇੱਕ ਅਧਿਆਪਕ ਦੇ ਤੌਰ 'ਤੇ ਅਨੈਤਿਕ ਹੈ। ਆਪਸ਼ਨ ਹੈ ਜੀ ਮੋਟੀਵੇਟਿੰਗ ਪੀਪਲ ਟੂ ਅੰਡਰਗੋ ਸਟਰਲਾਈਜੇਸ਼ਨ ਪ੍ਰੋਸੈਸ, ਲੋਕਾਂ ਨੂੰ ਨਸਬੰਦੀ ਪ੍ਰਕਿਰਿਆ ਲਈ ਪ੍ਰੇਰਿਤ ਕਰਨਾ, ਯੂਜ਼ ਆਫ ਕੰਟਰਾਸੈਪਟਿਵਸ, ਗਰਭ ਨਿਰੋਧਕ ਸਾਧਨਾਂ ਦੀ ਵਰਤੋਂ, ਐਨਕਰੇਜਿੰਗ ਦੈਮ ਫॉर ਮੋਰ ਅਬੋਰਸ਼ਨਸ, ਗਰਭਪਾਤ ਕਰਨ ਲਈ ਲੋਕਾਂ ਨੂੰ ਉਤਸ਼ਾਹ ਕਰਨਾ, ਬਾਈ ਸਪਰੈਡਿੰਗ ਅਵੇਅਰਨੈਸ ਆਫ ਪੋਪੂਲੇਸ਼ਨ ਲੋਜ਼, ਆਬਾਦੀ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣਾ। ਤਾਂ ਉਹਨਾਂ ਨੇ ਪੁੱਛਿਆ ਕਿ ਅਨੈਤਿਕ ਕਿਹੜਾ ਹੈ। ਤਾਂ 134 ਦਾ ਜੋ ਰਾਈਟ ਆਪਸ਼ਨ ਉਹਨਾਂ ਨੇ ਦਿੱਤਾ ਜੀ ਉਹ ਹੈਗਾ ਸੀ ਐਨਕਰੇਜਿੰਗ ਦੈਮ ਫॉर ਮੋਰ ਅਬੋਰਸ਼ਨਸ, ਗਰਭਪਾਤ ਕਰਨ ਲਈ ਲੋਕਾਂ ਨੂੰ ਉਤਸ਼ਾਹ ਕਰਨਾ, ਇਹ ਇੱਕ ਅਨੈਤਿਕ ਤਰੀਕਾ ਹੈ। 35 ਨੰਬਰ ਕੁਐਸਚਨ, ਵਟ ਇਜ਼ ਦ ਨੀਡ ਆਫ ਸਵੱਛ ਭਾਰਤ ਅਭਿਆਨ ਇਨ ਆਰ ਕੰਟਰੀ। ਦੇਸ਼ ਵਿੱਚ ਸਵੱਛ ਭਾਰਤ ਮੁਹਿੰਮ ਦੀ ਲੋੜ ਕੀ ਹੈ। ਫਸਟ, ਟੂ ਐਲੀਮੀਨੇਟ ਦਾ ਓਪਨ ਦਾ ਡਿਫੈਕੇਸ਼ਨ ਇਨ ਇੰਡੀਆ, ਯਾਨੀ ਕਿ ਭਾਰਤ ਵਿੱਚ ਖੁੱਲ੍ਹੇ ਵਿੱਚ ਸ਼ੌਚ ਕਰਨ ਦੀ ਸਮੱਸਿਆ ਖਤਮ ਕਰਨ ਲਈ। ਬੀ ਆਪਸ਼ਨ ਹੈ ਟੂ ਇੰਪਲੀਮੈਂਟ ਦਾ ਪ੍ਰੋਪਰ ਵੇਸਟ ਮੈਨੇਜਮੈਂਟ ਥਰੂ ਦਾ ਸਾਇੰਟੀਫਿਕ ਪ੍ਰੋਸੈਸਿਸ, ਵਿਗਿਆਨਿਕ ਪ੍ਰਕਿਰਿਆਵਾਂ ਦੁਆਰਾ ਕੂੜੇ ਦੇ ਪ੍ਰਬੰਧਨ ਨੂੰ ਲਾਗੂ ਕਰਨ ਵਾਸਤੇ। ਸੀ ਆਪਸ਼ਨ ਹੈ ਟੂ ਇਰੈਡੀਕੇਟ ਦਾ ਡਿਸਗਸਟਿੰਗ ਮੈਨੂਅਲ ਸਕੈਵੈਂਜਿੰਗ ਸਿਸਟਮ, ਸਿਰ 'ਤੇ ਮਨੁੱਖੀ ਮਲ ਢੋਣ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ। ਡੀ ਹੈ ਜੀ ਆਲ ਆਫ ਦਿਸ। ਤਾਂ 135 ਦਾ ਜੋ ਆਪਣਾ ਰਾਈਟ ਆਪਸ਼ਨ ਆਏਗਾ ਜੀ ਉਹ ਆਏਗਾ ਡੀ। ਇਹਨਾਂ ਸਾਰੇ ਹੀ ਕਾਰਨਾਂ ਕਰਕੇ ਸਾਨੂੰ ਸਾਡੇ ਭਾਰਤ ਦੇ ਵਿੱਚ ਸਵੱਛ ਭਾਰਤ ਅਭਿਆਨ ਦੀ ਜ਼ਰੂਰਤ ਹੈ। ਹਾਂਜੀ, ਨੈਕਸਟ ਹੈ 136 ਨੰਬਰ ਕੁਐਸਚਨ, ਬਿਕੋਜ਼ ਆਫ ਵੇਰੀਅਸ ਇਨਵਾਇਰਮੈਂਟ ਐਂਡ ਰੀਹੈਬਲੀਟੇਸ਼ਨ ਕੰਸਰਨਸ ਨੋਟਡ ਸੋਸ਼ਲ ਐਕਟਿਵਿਸਟ ਮੇਘਾ ਪਾਟਕਰ ਸਟਾਰਟਡ ਨਰਮਦਾ ਬਚਾਓ ਅੰਦੋਲਨ ਇਨ ਗੁਜਰਾਤ ਅਗੇਂਸਟ ਵਿਚ ਡੈਮ ਪ੍ਰੋਜੈਕਟ NBA ਵਾਜ਼ ਲਾਂਚਡ। ਵਾਤਾਵਰਣ ਅਤੇ ਮੁੜ ਵਸੇਵੇਂ ਦੀਆਂ ਚਿੰਤਾਵਾਂ ਦੇ ਕਾਰਨ ਨਾਮਵਰ ਸਮਾਜ ਸੇਵੀ ਮੇਘਾ ਪਾਟਕਰ ਨੇ ਗੁਜਰਾਤ ਵਿੱਚ ਨਰਮਦਾ ਬਚਾਓ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਕਿਹੜੇ ਡੈਮ ਪ੍ਰੋਜੈਕਟ ਦੇ ਵਿਰੁੱਧ ਇਹ ਨਰਮਦਾ ਬਚਾਓ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਦੇਖੋ ਇਸ ਦੇ ਰਿਲੇਟਡ ਇੱਕ ਕੁਐਸਚਨ ਇੱਦਾਂ ਵੀ ਆਇਆ ਹੋਇਆ ਕਿ ਨਰਮਦਾ ਬਚਾਓ ਅੰਦੋਲਨ ਕਿਸ ਨੇ ਸ਼ੁਰੂ ਕੀਤਾ ਸੀ, ਤਾਂ ਉੱਥੇ ਆਨਸਰ ਮੇਘਾ ਪਾਟਕਰ ਸੀ। ਇੱਥੇ ਉਹਨਾਂ ਨੇ ਤੁਹਾਨੂੰ ਦੱਸਿਆ ਹੋਇਆ ਕਿ ਗੁਜਰਾਤ ਦੇ ਵਿੱਚ ਸ਼ੁਰੂ ਹੋਇਆ ਸੀ, ਮੇਘਾ ਪਾਟਕਰ ਦੁਆਰਾ ਸ਼ੁਰੂ ਕੀਤਾ ਗਿਆ ਸੀ। ਕਿਸ ਪਰਪਸ ਲਈ ਕੀਤਾ ਸੀ, ਵਾਤਾਵਰਣ ਤੇ ਮੁੜ ਵਸੇਵੇਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤਾ ਗਿਆ ਸੀ। ਕੁਐਸਚਨ ਇੱਥੇ ਪੁੱਛਿਆ ਕਿ ਕਿਹੜੇ ਡੈਮ ਪ੍ਰੋਜੈਕਟ ਦੇ ਅਗੇਂਸਟ ਇਹ ਚੀਜ਼ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਸੀ। ਸੋ ਫਸਟ ਆਪਸ਼ਨ ਹੈ ਜੀ ਟੈਰੀ ਡੈਮ, ਦੂਸਰਾ ਸਰਦਾਰ ਸਰੋਵਰ ਡੈਮ, ਤੀਸਰਾ ਹੀਰਾਕੁੰਡ ਡੈਮ, ਚੌਥਾ ਹੈਗਾ ਜੀ ਨਾਗਾਰਜੁਨ ਸਾਗਰ ਡੈਮ। ਸੋ ਇਸ ਦਾ ਰਾਈਟ ਆਪਸ਼ਨ ਆਏਗਾ ਜੀ ਬੀ ਸਰਦਾਰ ਸਰੋਵਰ ਡੈਮ। 137 ਨੰਬਰ ਕੁਐਸਚਨ ਹੈ, ਦੇਅਰ ਇਜ਼ ਕੰਟੀਨਿਊਸ ਮੈਂਸ਼ਨ ਆਫ AQI ਇਨ ਦ ਕੰਟੈਕਸਟ ਆਫ ਹਿਊਜ ਪੋਲਿਊਸ਼ਨ ਇਨ ਦਿੱਲੀ ਇਨ ਰੀਸੈਂਟ ਟਾਈਮਸ, ਐਕਸਪੈਂਡ AQI। ਤਾਂ ਇਹਨਾਂ ਨੇ ਪੁੱਛਿਆ ਜੀ ਕਿ ਅਜੋਕੇ ਸਮੇਂ ਵਿੱਚ ਦਿੱਲੀ ਵਿੱਚ ਭਾਰੀ ਪ੍ਰਦੂਸ਼ਣ ਦੇ ਸੰਦਰਭ ਵਿੱਚ AQI ਦਾ ਨਿਰੰਤਰ ਜ਼ਿਕਰ ਹੈ। ਬਾਰ-ਬਾਰ ਦੱਸਿਆ ਜਾਂਦਾ ਹੈ ਉਸਦੇ ਰਿਪੋਰਟ ਦੇ ਅਨੁਸਾਰ ਕਿ ਉੱਥੇ ਇੰਨਾ ਜਿਹੜਾ ਪੋਲਿਊਸ਼ਨ ਹੋ ਚੁੱਕਿਆ ਦਿੱਲੀ ਦੇ ਵਿੱਚ। ਸੋ ਤੁਹਾਨੂੰ ਇਸ ਦੀ ਫੁੱਲ ਫਾਰਮ ਹੀ ਇੱਥੇ ਪੁੱਛੀ ਗਈ ਹੈ ਕਿ AQI ਦੀ ਫੁੱਲ ਫਾਰਮ ਕੀ ਹੈ। ਸੋ ਇਸ ਦਾ ਰਾਈਟ ਆਪਸ਼ਨ ਹੈਗਾ ਜੀ ਆਪਸ਼ਨ ਨੰਬਰ ਸੀ ਏਅਰ ਕੁਆਲਿਟੀ ਇੰਡੈਕਸ। ਨੈਕਸਟ 138 ਨੰਬਰ ਕੁਐਸਚਨ ਹੈ, ਇੰਡੀਆ ਸ਼੍ਰੀ ਨਰਿੰਦਰ ਮੋਦੀ was the joint winner of United Nations highest environmental honor Champions of the Earth Award on 26 September 2018. With which political personality did Indian PM share this coveted honor? ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 26 ਸਤੰਬਰ 2018 ਨੂੰ ਯੂਨਾਈਟਿਡ ਨੇਸ਼ਨ ਦੇ ਸਰਵਉੱਚ ਵਾਤਾਵਰਣ ਸਨਮਾਨ ਚੈਂਪੀਅਨਸ ਆਫ ਦੀ ਅਰਥ ਅਵਾਰਡ ਦੇ ਸੰਯੁਕਤ ਜੇਤੂ ਸੀ। ਭਾਰਤੀ ਪ੍ਰਧਾਨ ਮੰਤਰੀ ਨੇ ਕਿਸ ਰਾਜਨੀਤਿਕ ਸ਼ਖਸੀਅਤ ਦੇ ਨਾਲ ਸੰਯੁਕਤ ਤੌਰ 'ਤੇ ਇਹ ਸਨਮਾਨ ਜਿਹੜਾ ਉਹ ਪ੍ਰਾਪਤ ਕੀਤਾ ਸੀ। ਸੋ ਫਸਟ ਹੈਗਾ ਜੀ ਆਸਟ੍ਰੇਲੀਅਨ PM ਸਕੌਟ ਮੋਰਿਸਨ, ਕੈਨੇਡੀਅਨ PM ਜਸਟਿਨ ਟਰੂਡੋ, ਫ੍ਰੈਂਚ ਪ੍ਰੈਜ਼ੀਡੈਂਟ ਐਮੈਨੂਅਲ ਮੈਕਰਨ, ਰਸ਼ੀਅਨ ਪ੍ਰੈਜ਼ੀਡੈਂਟ ਵਲਦੀਮੀਰ ਪੁਤਿਨ। ਤਾਂ ਇਸ ਦਾ ਰਾਈਟ ਜਿਹੜਾ ਆਪਸ਼ਨ ਹੈਗਾ ਜੀ ਉਹ ਹੈਗਾ ਜੀ ਇਸ ਦਾ ਰਾਈਟ ਆਪਸ਼ਨ ਸੀ ਫ੍ਰੈਂਚ ਪ੍ਰੈਜ਼ੀਡੈਂਟ ਐਮੈਨੂਅਲ ਮੈਕਰਨ। 139 ਆਈਡੈਂਟੀਫਾਈ ਦਾ ਗਰੁੱਪ ਆਫ ਗ੍ਰੀਨ ਹਾਊਸ ਗੈਸਿਜ਼ ਆਊਟ ਆਫ ਦਾ ਗਰੁੱਪਸ ਲਿਸਟਡ ਬਿਲੋ। ਹੇਠਾਂ ਦਿੱਤੇ ਸਮੂਹਾਂ ਵਿੱਚੋਂ ਗ੍ਰੀਨ ਹਾਊਸ ਗੈਸਾਂ ਦੇ ਸਮੂਹ ਦੀ ਪਛਾਣ ਕਰੋ। ਸਭ ਤੋਂ ਪਹਿਲਾਂ ਹੈ ਜੀ ਵਾਟਰ ਵੈਪਰਸ, ਮੀਥੇਨ, ਆਰਗਨ, ਕਲੋਰੋਫਲੋਰੋਕਾਰਬਨ। ਬੀ ਆਪਸ਼ਨ ਕਾਰਬਨ ਡਾਈਆਕਸਾਈਡ, ਨਾਈਟਰਸ ਆਕਸਾਈਡ, ਨਾਈਟ੍ਰੋਜਨ, ਕਲੋਰੋਫਲੋਰੋਕਾਰਬਨਸ। ਸੀ ਹੈ ਵਾਟਰ ਵੈਪਰ, ਮੀਥੇਨ, ਆਕਸੀਜਨ, ਕਲੋਰੋਫਲੋਰੋਕਾਰਬਨਸ। ਤੇ ਡੀ ਆਪਸ਼ਨ ਹੈ ਵਾਟਰ ਵੈਪਰ, ਮੀਥੇਨ, ਓਜ਼ੋਨ ਤੇ ਨਾਈਟਰਸ ਆਕਸਾਈਡ। ਸੋ 139 ਦਾ ਜੋ ਰਾਈਟ ਆਪਸ਼ਨ ਰਹੇਗਾ ਜੀ ਉਹ ਰਹੇਗਾ ਆਪਸ਼ਨ ਨੰਬਰ ਡੀ ਵਾਟਰ ਵੈਪਰ, ਮੀਥੇਨ, ਓਜ਼ੋਨ ਤੇ ਨਾਈਟਰਸ ਆਕਸਾਈਡ। 140 ਨੰਬਰ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਪ੍ਰੋਬਲਮ ਇਜ਼ ਨਾਟ ਕ੍ਰੀਏਟਡ ਬਾਈ ਨੋਇਜ਼ ਪੋਲਿਊਸ਼ਨ। ਇਹਨਾਂ ਵਿੱਚੋਂ ਕਿਹੜੀਆਂ ਸਮੱਸਿਆਵਾਂ ਧੁਨੀ ਪ੍ਰਦੂਸ਼ਣ ਦੁਆਰਾ ਨਹੀਂ ਹੁੰਦੀਆਂ ਹਨ। ਪਹਿਲਾਂ ਡਾਇਰੀਆ,
ਜਿਸਨੂੰ ਪੰਜਾਬੀ ਵਿੱਚ ਦਸਤ ਕਿਹਾ ਜਾਂਦਾ ਹੈ। ਬੀ ਹਾਈਪਰਟੈਂਸ਼ਨ, ਹਾਈ ਬਲੱਡ ਪ੍ਰੈਸ਼ਰ ਵੀ ਜਿਸਨੂੰ ਪੰਜਾਬੀ ਵਿੱਚ ਕਹਿ ਦਿੱਤਾ ਜਾਂਦਾ ਹੈ। ਸੀ ਡੈਫਨੈਸ ਯਾਨੀ ਕਿ ਬੋਲਾਪਨ। ਡੀ ਇਰੀਟੇਸ਼ਨ। ਸੋ ਇਸ ਦਾ ਰਾਈਟ ਆਪਸ਼ਨ ਜਿਹੜਾ ਰਹੇਗਾ ਜੀ ਉਹ ਰਹੇਗਾ ਆਪਸ਼ਨ ਨੰਬਰ ਏ। ਡਾਇਰੀਆ ਜਿਹੜਾ ਹੈ ਉਹ ਨੋਇਸ ਪੋਲਿਊਸ਼ਨ ਨਾਲ ਨਹੀਂ ਹੁੰਦਾ। ਬਾਕੀ ਸਾਰੇ ਜਿਹੜੇ ਹਾਈਪਰਟੈਂਸ਼ਨ ਹੋ ਗਿਆ, ਡੈਫਨੈਸ ਹੋ ਗਈ, ਇਰੀਟੇਸ਼ਨ ਹੋ ਗਈ, ਇਹ ਨੋਇਸ ਪੋਲਿਊਸ਼ਨ ਦੇ ਨਾਲ ਪ੍ਰੋਬਲਮਸ ਹੁੰਦੀਆਂ ਨੇ। 41ਵਾਂ ਕੁਐਸਚਨ ਹੈ ਜੀ ਵਿਦ ਰਿਸਪੈਕਟ ਟੂ ਇਨਵਾਇਰਮੈਂਟ ਸਾਇੰਸ ਫੁੱਲ ਫਾਰਮ ਆਫ SPM ਇਜ਼। SPM ਦੀ ਫੁੱਲ ਫਾਰਮ ਪੁੱਛੀ ਗਈ ਹੈ ਜੀ। ਬੀ ਆਪਸ਼ਨ ਹੈ ਸਸਪੈਂਡਡ ਪਾਰਟੀਕੂਲੇਟ ਮੈਟਰ। ਹਿਊਮਨ ਟਿਸ਼ੂਜ਼, organs or fluids, body parts and contaminated animal care cases are examples of। ਮਨੁੱਖੀ ਟਿਸ਼ੂ, ਅੰਗ ਜਾਂ ਤਰਲ ਪਦਾਰਥ ਜਾਂ ਸਰੀਰ ਦੇ ਅੰਗ ਅਤੇ ਜਾਨਵਰਾਂ ਦੀ ਦੂਸ਼ਿਤ ਲਾਸ਼ ਕਿਸ ਦੇ ਉਦਾਹਰਣ ਹਨ? ਪੈਥੋਲੋਜੀਕਲ ਵੇਸਟ, ਪੰਜਾਬੀ ਵਿੱਚ ਵੀ ਪੈਥੋਲੋਜੀਕਲ ਵੇਸਟ ਹੈ, ਰੇਡੀਓ ਐਕਟਿਵ ਵੇਸਟ, ਕੈਮੀਕਲ ਵੇਸਟ ਜਾਂ ਇੰਡਸਟਰੀਅਲ ਵੇਸਟ। ਤਾਂ ਜੀ ਉਹ ਹੋਏਗਾ ਏ ਪੈਥੋਲੋਜੀਕਲ ਵੇਸਟ। ਨੈਕਸਟ ਹੈ 143 ਨੰਬਰ ਕੁਐਸਚਨ ਨੇਮ ਦਾ ਰਿਨੋਨਡ ਸਾਇੰਟਿਸਟ ਹੂ ਕੁਆਇਨਡ ਦਾ ਵਰਡ ਇਕੋਲੋਜੀ। ਤਾਂ ਉਸ ਮਸ਼ਹੂਰ ਵਿਗਿਆਨੀ ਦੇ ਨਾਮ ਦੱਸੋ ਜਿਸ ਨੇ ਇਕੋਲੋਜੀ ਸ਼ਬਦ ਦੀ ਇਜਾਦ ਯਾਨੀ ਕਿ ਉਸਨੂੰ ਕੱਢਿਆ, ਇਜਾਦ ਕੀਤਾ, ਵਾਤਾਵਰਣ ਵਿਗਿਆਨ ਵਿਸ਼ੇ ਲਈ ਉਸਨੂੰ ਇਜਾਦ ਕੀਤਾ ਯਾਨੀ ਨਾਮ ਦਿੱਤਾ ਇਕੋਲੋਜੀ ਵਰਡ। ਤਾਂ ਫਸਟ ਹੈ ਅਰਨਸਟ ਹੈਕਲ, ਬੀ ਆਪਸ਼ਨ ਚਾਰਲਸ ਡਾਰਵਿਨ, ਸੀ ਜਰੀ ਮੈਂਡਲ, ਡੀ ਹੈ ਅਲਬਰਟ ਆਇਨਸਟਾਈਨ। ਤਾਂ ਇਸ ਦਾ ਰਾਈਟ ਆਪਸ਼ਨ ਹੋਏਗਾ ਜੀ ਏ ਅਰਨਸਟ ਹੈਕਲ ਨੇ ਇਕੋਲੋਜੀ ਵਰਡ ਇਜਾਦ ਕੀਤਾ ਸੀ। 144 ਨੰਬਰ ਕੁਐਸਚਨ ਓਵਰ ਦਾ ਪਾਸਟ ਫਿਊ ਡੈਕੇਡਸ ਦਾ ਕਲਾਈਮੇਟ ਆਫ ਅਰਥ ਇਜ਼ ਚੇਂਜਿੰਗ ਡਿਊ ਟੂ। ਪਿਛਲੇ ਕੁਝ ਦਹਾਕਿਆਂ ਤੋਂ ਧਰਤੀ ਦੇ ਜਲਵਾਯੂ ਵਿੱਚ ਆ ਰਹੇ ਵੱਡੇ ਬਦਲਾਅ ਦਾ ਕੀ ਕਾਰਨ ਹੈ? ਫਸਟ ਹੈ ਐਲ ਨੀਨੋਜ਼ ਇਫੈਕਟ, ਬੀ ਆਪਸ਼ਨ ਹੈ ਐਸਿਡ ਰੇਨ ਜਿਸਨੂੰ ਤੇਜ਼ਾਬੀ ਵਰਖਾ ਵੀ ਕਿਹਾ ਜਾਂਦਾ ਹੈ, ਸੀ ਹੈ ਗਲੋਬਲ ਵਾਰਮਿੰਗ ਅਤੇ ਡੀ ਹੈ ਨੈਚੁਰਲ ਕਲੈਮਿਟੀਜ਼ ਕੁਦਰਤੀ ਆਫਤਾਂ। ਹੋਏਗਾ ਜੀ ਸੀ ਗਲੋਬਲ ਵਾਰਮਿੰਗ, ਕਿਉਂਕਿ ਪਿਛਲੇ ਕੁਝ ਦਹਾਕਿਆਂ ਤੋਂ ਗਲੋਬਲ ਵਾਰਮਿੰਗ ਜਿਹੜੀ ਹੈ ਜੋ ਸਭ ਤੋਂ ਵੱਧ ਜਿਹੜੀ ਹੈ ਵੱਧ ਰਹੀ ਹੈ, ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਜਿਹਦੇ ਕਰਕੇ ਕਲਾਈਮੇਟ ਜਿਹੜਾ ਅਰਥ ਦਾ ਬਹੁਤ ਤੇਜ਼ੀ ਦੇ ਨਾਲ ਚੇਂਜ ਹੋ ਰਿਹਾ। 145 ਨੰਬਰ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਇਫੈਕਟ ਆਫ ਗਲੋਬਲ ਵਾਰਮਿੰਗ। ਇਹਨਾਂ ਵਿੱਚੋਂ ਕਿਹੜਾ ਇਫੈਕਟ ਗਲੋਬਲ ਵਾਰਮਿੰਗ ਦਾ ਨਹੀਂ ਹੈ? ਸੋ ਫਸਟ ਹੈ ਜੀ ਦ ਸੀ ਲੈਵਲ ਵਿਲ ਰਾਈਜ਼, ਸਮੁੰਦਰੀ ਵਿਚਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ। ਗਲੇਸ਼ੀਅਰ ਐਂਡ ਦਾ ਆਈਸ ਐਟ ਦਾ ਪੋਲਸ ਵਿਲ ਮੈਲਟ, ਗਲੇਸ਼ੀਅਰ ਦੇ ਧਰੁਵਾਂ ਤੇ ਬਰਫ਼ ਪਿਘਲ ਜਾਵੇਗੀ। ਸਮ ਪਲਾਂਟ ਐਂਡ ਐਨੀਮਲਸ ਵਿਲ ਡਾਈ ਬਿਕੋਜ਼ ਆਫ ਦੀ ਹੀਟ, ਕੁਝ ਪੌਦੇ ਅਤੇ ਜਾਨਵਰ ਗਰਮੀ ਦੇ ਕਾਰਨ ਮਰ ਜਾਣਗੇ। ਸਮਰ ਵਿਲ ਬੀ ਕੂਲਰ ਐਂਡ ਵਿੰਟਰ ਵਿਲ ਬੀ ਵਾਰਮਰ, ਗਰਮੀਆਂ ਜ਼ਿਆਦਾ ਠੰਡੀਆਂ ਅਤੇ ਸਰਦੀਆਂ ਜ਼ਿਆਦਾ ਗਰਮ ਹੋ ਜਾਣਗੀਆਂ। ਤਾਂ ਇਹਨਾਂ ਵਿੱਚੋਂ ਗਲੋਬਲ ਵਾਰਮਿੰਗ ਦਾ ਕਿਹੜਾ ਇਫੈਕਟ ਨਹੀਂ ਹੈ? ਸੋ ਇਸ ਦਾ ਰਾਈਟ ਆਪਸ਼ਨ ਆਏਗਾ ਜੀ ਆਪਸ਼ਨ ਨੰਬਰ ਡੀ ਸਮਰ ਵਿਲ ਬੀ ਕੂਲਰ ਐਂਡ ਵਿੰਟਰ ਵਿਲ ਬੀ ਵਾਰਮਰ। ਇੱਦਾਂ ਨਹੀਂ ਹੋਣ ਵਾਲਾ, ਗਲੋਬਲ ਵਾਰਮਿੰਗ ਦਾ ਇਹ ਇਫੈਕਟ ਨਹੀਂ ਹੈ। ਮੈਚ ਆਫ ਦਾ ਫੋਲੋਇੰਗ ਫਿਰ ਤੋਂ ਮੈਚ ਕਰਨਾ ਹੈ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਦਿੱਤਾ ਹੋਇਆ ਜੀ ਟ੍ਰੇਡ ਵਿੰਡਸ ਜੀ, ਪਰਮਾਨੈਂਟ ਵਿੰਡਸ, ਇਹਨਾਂ ਨੂੰ ਆਪਾਂ ਪਰਮਾਨੈਂਟ ਵਿੰਡਸ ਕਹਿੰਦੇ ਹਾਂ। ਉਸ ਤੋਂ ਬਾਅਦ ਹੈ ਜੀ ਲੂ ਨੂੰ ਕਿਹਾ ਜਾਂਦਾ ਲੋਕਲ ਵਿੰਡਸ, ਲੂ ਇੱਕ ਲੋਕਲ ਵਿੰਡ ਹੈ। ਮੌਨਸੂਨ ਸੀਜ਼ਨਲ ਵਿੰਡਸ ਨੂੰ ਆਪਾਂ ਮੌਨਸੂਨ ਵਿੰਡਸ ਵੀ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਜੀ ਹੋਰੀਜ਼ੋਨਟਲ ਮੂਵਮੈਂਟ ਆਫ ਏਅਰ, ਤਾਂ ਜੋ ਹੈ ਵਿੰਡ ਨੂੰ ਕੀ ਕਿਹਾ ਜਾਂਦਾ ਹੈ? ਹੋਰੀਜ਼ੋਨਟਲ ਮੂਵਮੈਂਟ ਆਫ ਏਅਰ। ਏਅਰ ਅਤੇ ਵਿੰਡ ਦੇ ਵਿੱਚ ਡਿਫਰੈਂਸ ਵੀ ਇਹੀ ਹੈ ਜੀ, ਏਅਰ ਹੁੰਦੀ ਹੈ ਹਵਾ, ਲੇਕਿਨ ਜਦੋਂ ਉਹ ਮੂਵ ਕਰਦੀ ਹੈ ਉਹਨੂੰ ਵਿੰਡ ਕਹਿ ਦਿੱਤਾ ਜਾਂਦਾ। ਤਾਂ ਵਿੰਡ ਕੀ ਹੈ? ਚਲਦੀ ਹਵਾ। ਇਸ ਦੇ ਅਕੋਰਡਿੰਗ ਆਪਣਾ ਜਿਹੜਾ ਰਾਈਟ ਆਂਸਰ ਹੋਏਗਾ ਜੀ ਬੀ ਆਪਸ਼ਨ। UN agency was given the responsibility to coordinate among various UN agencies, programs and organizations related to United Nations Decade of Education for Sustainable Development 2005 to 2014। ਸੰਯੁਕਤ ਰਾਸ਼ਟਰ ਦੀ ਇੱਕ ਏਜੰਸੀ, ਸੰਯੁਕਤ ਰਾਸ਼ਟਰ ਦੀ ਕਿਸ ਏਜੰਸੀ ਨੂੰ ਸਥਿਰ ਵਿਕਾਸ ਲਈ ਸੰਯੁਕਤ ਰਾਸ਼ਟਰ ਦੀ ਦਹਾਕਿਆਂ ਦੀ ਸਿੱਖਿਆ 2005 ਤੋਂ 2014 ਤੱਕ ਦੀ ਜਿਹੜੀ ਦਹਾਕਿਆਂ ਦੀ ਸਿੱਖਿਆ ਪ੍ਰੋਗਰਾਮ ਸੀ ਨੂੰ ਨੇਪਰੇ ਚਾੜਨ ਅਤੇ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਤਾਂ ਉਹ ਕਿਹੜੀ ਏਜੰਸੀ ਸੀ? ਸਭ ਤੋਂ ਪਹਿਲਾਂ ਹੈ ਜੀ WHO ਵਿਸ਼ਵ ਸਿਹਤ ਸੰਗਠਨ, ਦੂਸਰਾ ਹੈ ਯੂਨੈਸਕੋ, ਤੀਸਰਾ ਯੂਨੀਸੈਫ ਅਤੇ ਚੌਥਾ ILO। ਜੋ ਰਾਈਟ ਆਪਸ਼ਨ ਹੋਏਗਾ ਜੀ 147 ਦਾ ਉਹ ਹੋਏਗਾ ਜੀ ਬੀ ਆਪਸ਼ਨ ਯੂਨੈਸਕੋ। ਹਾਂਜੀ, ਯੂਨੈਸਕੋ ਦੀ ਫੁੱਲ ਫਾਰਮ ਤੁਸੀਂ ਯਾਦ ਰੱਖੋ ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟੀਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ। ਇਹ 16 ਨਵੰਬਰ 1945 ਨੂੰ ਜਿਹੜੇ ਇਸਦੇ ਐਸਟੈਬਲਿਸ਼ ਹੋਈ ਸੀ, 16 ਨਵੰਬਰ 1945 ਨੂੰ। 48ਵਾਂ ਵਿਚ ਆਫ ਦਾ ਫੋਲੋਇੰਗ ਡਿਸੀਜ਼ ਇਜ਼ ਸਪਰੈਡ ਥਰੂ ਕੰਟੈਮੀਨੇਟਿਡ ਵਾਟਰ। ਪਾਣੀ ਨਾਲ, ਦੂਸ਼ਿਤ ਪਾਣੀ ਨਾਲ ਕਿਹੜੀ ਬਿਮਾਰੀ ਜਿਹੜੀ ਹੈ ਫੈਲਦੀ ਹੈ? ਹੇਠ ਲਿਖੇ ਵਿੱਚੋਂ ਕਿਹੜੀ ਬਿਮਾਰੀ ਦੂਸ਼ਿਤ ਪਾਣੀ ਨਾਲ ਫੈਲਦੀ ਹੈ? ਸਭ ਤੋਂ ਪਹਿਲਾਂ ਪੋਲੀਓ, ਦੂਸਰਾ ਅਸਥਮਾ, ਤੀਸਰਾ ਟਿਊਬਰਕਲੋਸਿਸ ਜਿਸਨੂੰ TB ਕਹਿ ਦਿੱਤਾ ਜਾਂਦਾ ਹੈ, ਡੀ ਹੈ ਕੋਲਰਾ ਜਿਸਨੂੰ ਹੈਜ਼ਾ ਕਿਹਾ ਜਾਂਦਾ ਹੈ। ਤਾਂ ਇਸਦਾ ਰਾਈਟ ਆਪਸ਼ਨ ਆਏਗਾ ਆਪਸ਼ਨ ਨੰਬਰ ਡੀ ਹੈਜ਼ਾ ਜਾਂ ਕੋਲਰਾ। 149 ਨੰਬਰ ਕੁਐਸਚਨ ਵਟ ਡਜ਼ ਦਾ ਹਾਈ ਬਾਇਓਲੋਜੀਕਲ ਆਕਸੀਜਨ ਡਿਮਾਂਡ BOD ਇੰਡੀਕੇਟਸ। ਉੱਚ ਜੈਵਿਕ ਆਕਸੀਜਨ ਦੀ ਮੰਗ ਕੀ ਦਰਸਾਉਂਦੀ ਹੈ? ਹਾਈ ਲੈਵਲ ਆਫ ਮਾਈਕਰੋਬੀਅਲ ਪੋਲਿਊਸ਼ਨ, ਸੂਖਮ ਪ੍ਰਦੂਸ਼ਣ ਦਾ ਉੱਚ ਪੱਧਰ, ਲੋ ਲੈਵਲ ਆਫ ਮਾਈਕਰੋਬੀਅਲ ਪੋਲਿਊਸ਼ਨ, ਸੂਖਮ ਪ੍ਰਦੂਸ਼ਣ ਦਾ ਘੱਟ ਪੱਧਰ, ਐਬਸੈਂਸ ਆਫ ਮਾਈਕਰੋਬੀਅਲ ਪੋਲਿਊਸ਼ਨ, ਸੂਖਮ ਪ੍ਰਦੂਸ਼ਣ ਦੀ ਗੈਰ ਮੌਜੂਦਗੀ, ਡੀ ਵਾਟਰ ਇਜ਼ ਐਬਸੋਲਿਊਟਲੀ ਪਿਓਰ, ਪਾਣੀ ਬਿਲਕੁਲ ਸ਼ੁੱਧ ਹੈ। ਹਾਂਜੀ, ਤਾਂ ਬਾਇਓਲੋਜੀਕਲ ਆਕਸੀਜਨ ਡਿਮਾਂਡ ਜਿਹੜੀ ਆ ਉਹ ਕੀ ਇੰਡੀਕੇਟ ਕਰਦੀ ਹੈ? ਜੀ ਹਾਈ ਲੈਵਲ ਆਫ ਮਾਈਕਰੋਬੀਅਲ ਪੋਲਿਊਸ਼ਨ, ਸੂਖਮ ਪ੍ਰਦੂਸ਼ਣ ਹੈ ਉਹਦਾ ਉੱਚ ਪੱਧਰ ਨੂੰ ਇੰਡੀਕੇਟ ਕਰਦੀ ਹੈ। 150 ਨੰਬਰ ਕੁਐਸਚਨ ਹੈ ਦ ਮਿਨਿਸਟਰੀ ਆਫ ਇਨਵਾਇਰਨਮੈਂਟ ਐਂਡ ਫੋਰੈਸਟ ਡਿਕਲੇਅਰਡ ਇੰਡੀਆਜ਼ ਫਸਟ ਮੈਰਾਈਨ ਈਕੋ ਸੈਂਸਿਟਿਵ ਜ਼ੋਨ।
इन। ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਨੇ ਭਾਰਤ ਦਾ ਪਹਿਲਾ ਸਮੁੰਦਰੀ ਵਾਤਾਵਰਣ ਸੰਵੇਦਨਸ਼ੀਲ ਜ਼ੋਨ ਕਿਸ ਨੂੰ ਘੋਸ਼ਿਤ ਕੀਤਾ ਹੈ? ਗਲਫ ਆਫ ਕੱਚ ਨੂੰ, ਪਾਕ ਸਟ੍ਰੇਟ ਨੂੰ, ਗਲਫ ਆਫ ਖੰਬਾਤ ਨੂੰ, ਗਲਫ ਆਫ ਮਨਾਰ ਨੂੰ। ਤਾਂ ਗਲਫ ਆਫ ਕੱਚ ਨੂੰ ਕਿਹਾ ਜਾਂਦਾ ਹੈ ਜੀ ਕੱਚ ਦੀ ਖਾੜੀ, ਪਾਕ ਸਟ੍ਰੇਟ ਨੂੰ ਪਾਕ ਸਟ੍ਰੇਟ ਹੀ ਕਿਹਾ ਜਾਂਦਾ ਹੈ, ਗਲਫ ਆਫ ਖੰਬਾਤ ਖੰਬਾਤ ਦੀ ਖਾੜੀ, ਅਤੇ ਗਲਫ ਆਫ ਮਨਾਰ ਮਨਾਰ ਦੀ ਖਾੜੀ। ਤੇ ਦਾ ਰਾਈਟ ਆਪਸ਼ਨ ਹੈ ਜੀ ਇਹ ਗਲਫ ਆਫ ਕੱਚ। ਤੇ ਇਹ ਸੀਗੇ ਜੀ 30 ਕੁਐਸਚਨ EVS ਦੇ, ਜੋ ਕਿ ਪ੍ਰੀਵੀਅਸ ਈਅਰ ਪੇਪਰ PS ਟੈਟ 2018 ਦੇ ਆਪਾਂ ਕੀਤੇ। ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਮੈਥ ਦੀ ਇਸ ਦੀ ਵੀਡੀਓ ਜਿਹੜੀ ਹੈ ਲੈ ਕੇ ਆਵਾਂਗੇ, ਜਿਸ ਦੇ ਨਾਲ ਆਪਣਾ PS ਟੈਟ 2018 ਦਾ ਜਿਹੜਾ ਪੂਰਾ ਸੈੱਟ ਹੈ ਉਹ ਕੰਪਲੀਟ ਹੋ ਜਾਏਗਾ। ਤੇ ਉਸ ਤੋਂ ਬਾਅਦ ਆਪਾਂ ਇਸੇ ਤਰ੍ਹਾਂ ਹੋਰ ਵੀ ਪ੍ਰੀਵੀਅਸ ਈਅਰ ਕੁਐਸਚਨਸ ਪ੍ਰੀਵੀਅਸ ਈਅਰ ਪੇਪਰ ਜਿਹੜੇ ਆ PS ਟੈਟ ਦੇ ਕਰਾਂਗੇ, ਜਿਸ ਨਾਲ ਤੁਹਾਡੀ ਪ੍ਰੈਪਰੇਸ਼ਨ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਇੰਪਰੂਵ ਹੋ ਜਾਏਗੀ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਤੁਹਾਨੂੰ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ, ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਜਿਹੜੀ ਉਹ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਥੈਂਕ ਯੂ।